ਦੋਸਤੋ ਤੁਸੀਂ ਵੀ ਇਹ ਖਬਰ ਵੇਖ ਕੇ ਜ਼ਰੂਰ ਹੈਰਾਨ ਹੋਵੋਗੇ ਕਿ ਇੱਕ ਐਮਏ ਪੰਜਾਬੀ BA MPhil ਕਾਲਜ ਟੋਪਰ ਅਤੇ 골ਡ ਮੈਡਲਿਸਟ ਨੌਜਵਾਨ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਪੈਲਸ ਵਿੱਚ ਕਰਦਾ ਹੈ ਵੇਟਰ ਦਾ ਕੰਮ ਅਤੇ ਜਦੋਂ ਕਦੇ ਕੰਮ ਨਾ ਮਿਲੇ ਤਾਂ ਰਿਕਸ਼ਾ ਚਲਾ ਕੇ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦਾ ਯਤਨ ਕਰਦਾ ਹੈ। ਇਸ ਤੋਂ ਇਲਾਵਾ ਉਸਦੇ ਹੋਰ ਕਾਰੋਬਾਰ ਦੀ ਗੱਲ ਕਰੀਏ ਤਾਂ ਉਹ ਲੋਕਾਂ ਦੇ ਘਰ ਘਰ ਜਾ ਕੇ ਹੇਅਰ ਕਟਿੰਗ ਦਾ ਕੰਮ ਵੀ ਕਰਦਾ ਹੈ। ਪਰ ਬੜੀ ਹੈਰਾਨੀ ਹੁੰਦੀ ਹੈ ਇਸ ਨੌਜਵਾਨ ਦੀਆਂ ਗੱਲਾਂ ਸੁਣ ਕੇ ਅਤੇ ਅੱਖੀਂ ਦੇਖ ਕੇ ਕਿ ਇੰਨਾ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਇਹ ਨੌਜਵਾਨ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾ ਹੈ। ਨੌਜਵਾਨ ਵਜ਼ੀਰ ਸਿੰਘ ਜ਼ਿਲ੍ਹਾ ਤਰਨਤਾਰਨ ਕਸਬਾ ਝਬਾਲ ਦਾ ਰਹਿਣ ਵਾਲਾ ਹੈ। ਉਸਨੇ ਦੱਸਿਆ ਕਿ ਆਪਣੀ ਪੜ੍ਹਾਈ ਕਰਨ ਲਈ ਉਸਨੇ ਜੀ ਤੋੜ ਮਿਹਨਤ ਅਤੇ ਦਿਹਾੜੀ ਦੱਪਾ ਕਰਕੇ ਮਿਹਨਤ ਲਗਨ ਦੇ ਨਾਲ ਆਪਣੀ ਪੜ੍ਹਾਈ ਕੀਤੀ, ਪਰ ਪੜ੍ਹਾਈ ਕਰਨ ਦਾ ਉਸਨੂੰ ਅੱਜ ਤੱਕ ਫਲ ਪ੍ਰਾਪਤ ਨਹੀਂ ਹੋਇਆ। ਉਸਨੇ ਦੱਸਿਆ ਕਿ ਉਹ ਤਰਸ ਦੇ ਆਧਾਰ ਤੇ ਨੌਕਰੀ ਨਹੀਂ ਲੈਣਾ ਚਾਹੁੰਦਾ, ਉਹ ਤਾਂ ਆਪਣੀ ਕਾਬਲੀਅਤ ਦੇ ਆਧਾਰ ਤੇ ਸਰਕਾਰ ਤੋਂ ਨੌਕਰੀ ਮੰਗਦਾ ਹੈ। ਇੱਕ ਪਾਸੇ ਤਾਂ ਸਰਕਾਰਾਂ MLA ਅਤੇ ਹੋਰ ਫਰਮਾਇਸ਼ਾਂ ਵਾਲਿਆਂ ਨੂੰ ਨੌਕਰੀਆਂ ਦੇ ਰਹੀਆਂ ਹਨ, ਪਰ ਜੇ ਗੱਲ ਕਰੀਏ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਵਾਲਿਆਂ ਦੀ ਤਾਂ ਲੱਗਦਾ ਹੈ ਕਿ ਉਹਨਾਂ ਨੂੰ ਸਰਕਾਰ ਕੋਈ ਨੌਕਰੀ ਦੇਵੇਗੀ ਨਹੀਂ। ਇਸ ਮੌਕੇ ਪੱਤਰਕਾਰਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਉਹ ਘਰ ਤੋਂ ਬਹੁਤ ਗਰੀਬ ਹੈ ਅਤੇ ਅੱਗੇ ਵੀ ਪੜ੍ਹਾਈ ਕਰਨਾ ਚਾਹੁੰਦਾ ਹੈ, ਪਰ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਜੇ ਕੋਈ ਸਮਾਜ ਸੇਵੀ ਸੰਸਥਾ ਜਾਂ ਕੋਈ NRI ਵੀਰ ਉਸ ਦੀ ਬਾਹ ਫੜਦਾ ਹੈ ਤਾਂ ਅੱਗੇ ਵੀ ਪੜ੍ਹਾਈ ਕਰਕੇ ਕਈ ਮੁਕਾਮ ਹਾਸਿਲ ਕਰਨਾ ਚਾਹੁੰਦਾ ਹੈ ਅਤੇ ਉਸ ਦੇ ਨਾਲ ਉਸਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਯੋਗਤਾ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ। ਇਸ ਮੌਕੇ ਉਸਨੇ ਹੋਰ ਕੀ ਕਿਹਾ, ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਪਹੁੰਚੇ ਹਾਂ ਕਸਬਾ ਝਬਾਲ ਦੇ ਵਿੱਚ, ਜਿੱਥੋਂ ਤੱਕ ਇੱਕ ਪੜ੍ਹਿਆ ਲਿਖਿਆ ਨੌਜਵਾਨ ਬੇਰੁਜ਼ਗਾਰੀ ਦੀ ਜ਼ਿੰਦਗੀ ਜੀ ਰਿਹਾ ਉਹਦਾ ਸਾਨੂੰ ਪਤਾ ਲੱਗਾ ਸੀ। ਇੰਨੀਆਂ ਡਿਗਰੀਆਂ ਉਸਨੇ ਕੀਤੀਆਂ, 골ਡ ਮੈਡਲਿਸਟ ਵੀ ਜਿਹੜਾ ਹੋ ਚੁੱਕਾ, ਕਾਲਜ ਦਾ ਟੌਪਰ ਵੀ ਰਿਹਾ ਤੇ ਡਿਗਰੀਆਂ ਦੇ ਕੋਈ ਸਾਨੂੰ ਤੇ ਇੰਨਾ ਪਤਾ ਨਹੀਂ ਵੀ ਕਿਹੜੀ ਕਿਹੜੀ ਉਹਨੇ ਡਿਗਰੀ ਕੀਤੀ ਆ, ਉਹ ਵੀਰ ਆਪ ਬੋਲ ਕੇ ਹੀ ਦੱਸੂਗਾ। ਤੇ ਪਰ ਇਸ ਟਾਈਮ ਜਿਹੜੀ ਉੱਤੇ ਬੇਰੁਜ਼ਗਾਰੀ ਦੀ ਇੰਨੀ ਕੁ ਮਾਰ ਆ, ਰਿਕਸ਼ਾ ਵੀ ਚਲਾਉਂਦਾ, ਪੈਲਸ ਦੇ ਵਿੱਚ ਵੇਟਰਾਂ ਦੇ ਨਾਲ ਵੀ ਕੰਮ ਕਰਦਾ ਤੇ ਹੇਅਰ ਕਟਿੰਗ ਦਾ ਵੀ ਕੰਮ ਕਰਦਾ ਤੇ ਇਸ ਤੋਂ ਇਲਾਵਾ ਪਰਿਵਾਰ ਦਾ ਜਿਹੜਾ ਗੁਜ਼ਾਰਾ ਉਹ ਵੀ ਅਸੀਂ ਇਹਨਾਂ ਤੋਂ ਪੁੱਛਦੇ ਕਿਸ ਤਰ੍ਹਾਂ ਚੱਲਦਾ। ਤੇ ਸਰਕਾਰਾਂ ਦੀ ਜੀ ਅਸੀਂ ਗੱਲ ਕਰ ਲਈਏ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਕੋਈ ਪੜ੍ਹੇ ਲਿਖੇ ਜਿਹੜੇ ਆ ਨੌਜਵਾਨ ਡਿਗਰੀਆਂ ਵਾਲੇ ਨਜ਼ਰ ਆਉਂਦੇ ਆ। ਉਹਨਾਂ ਨੂੰ ਤੇ ਇੱਕ ਕੋਈ MLA ਜਾਂ ਕੋਈ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਫਰਮਾਇਸ਼ਾਂ ਵਾਲੇ ਨਜ਼ਰ ਆਉਂਦੇ ਆ ਤੇ ਉਹਨਾਂ ਨੂੰ ਜਿਹੜੀਆਂ ਉਹ ਨੌਕਰੀਆਂ ਦਿੱਤੀਆਂ ਜਾਂਦੀਆਂ। ਸੋ ਉਹ ਵੀਰ ਸਾਡੇ ਨਾਲ ਮੌਜੂਦ ਆ, ਉਹਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਨਾਮ ਸਭ ਤੋਂ ਮੇਰਾ ਨਾਮ ਜੀ ਵਜ਼ੀਰ ਸਿੰਘ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਮੈਂ ਪਿੰਡ ਝਬਾਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ। ਤੇ ਕਿੰਨੀਆਂ ਜਿਹੜੀਆਂ ਡਿਗਰੀਆਂ ਤੁਸੀਂ ਕੀਤੀਆਂ ਤੇ ਕੀ ਉਹਨਾਂ ਦੇ ਨਾਂ ਆ? ਡਿਗਰੀਆਂ ਤਾਂ 3-4 ਕੀਤੀਆਂ ਜੀ। ਤੇ ਸਭ ਤੋਂ ਪਹਿਲਾਂ ਮੈਂ ਕਸਬਾ ਝਬਾਲ ਤੋਂ ਹੀ ਪੜ੍ਹਿਆ 10 ਕਲਾਸਾਂ। ਉਸ ਤੋਂ ਬਾਅਦ 12ਵੀਂ ਕੀਤੀ ਗ੍ਰੈਜੂਏਟ ਸਕੂਲ ਤੋਂ ਤੇ BA ਦੀ ਡਿਗਰੀ ਹਾਸਲ ਕੀਤੀ, MA ਪੰਜਾਬੀ ਦੀ ਡਿਗਰੀ ਹਾਸਲ ਕੀਤੀ ਤੇ MPhil ਪੰਜਾਬੀ ਦੀ ਡਿਗਰੀ ਜਿਹੜੀ ਉਹ ਖਾਲਸਾ ਕਾਲਜ ਤੋਂ ਕੀਤੀ। ਪੜ੍ਹਾਈ ਦੇ ਨਾਲ ਮੈਨੂੰ ਸ਼ੁਰੂ ਤੋਂ ਹੀ ਪੜ੍ਹਨ ਦਾ ਜਿਹੜਾ ਬਹੁਤ ਸ਼ੌਂਕ ਸੀ। ਸੋਚਿਆ ਸੀ ਚਲੋ ਪੜ੍ਹ ਲਿਖ ਕੇ ਵਧੀਆ ਆਪਣਾ ਨੌਕਰੀ ਤੇ ਲੱਗ ਜਾਵੇ, ਕੁਝ ਵਧੀਆ ਜਿਹੜੇ ਆ ਆਪਣਾ ਰੁਜ਼ਗਾਰ ਜਿਹੜਾ ਚੱਲ ਜਾਏਗਾ। ਪਰ ਜ਼ਿਆਦਾਤਰ ਪੰਜਾਬ 'ਚ ਵੇਖਿਆ ਜਾਵੇ ਕਿ ਪੜ੍ਹ ਲਿਖ ਕੇ ਵੀ ਜਿਹੜਾ ਨੌਜਵਾਨ ਅੱਜ ਦਾ ਉਹ ਲਾਚਾਰ ਫਿਰ ਰਿਹਾ ਵਾ, ਬੇਰੁਜ਼ਗਾਰ ਜਿਹੜਾ ਫਿਰ ਰਿਹਾ ਵਾ, ਉਹਨੂੰ ਕੋਈ ਰੁਜ਼ਗਾਰ ਜਿਹੜਾ ਹਾਸਲ ਜਿਹੜਾ ਛੇਤੀ ਕੀਤਾ ਨਹੀਂ ਹੁੰਦਾ। ਤੇ ਪੜ੍ਹ ਲਿਖ ਕੇ ਵੀ ਹੱਥਾਂ 'ਚ ਡਿਗਰੀਆਂ ਲੈ ਕੇ ਵੀ ਤੇ ਨੌਜਵਾਨ ਦਰ ਦੇ ਧੱਕੇ ਖਾਣ ਤੇ ਉਹਦੇ ਪੜ੍ਹਨ ਲਿਖਣ ਦਾ ਜਾਂ ਉਹਦੇ ਪੜ੍ਹਾਈ ਕਰਨ ਦਾ ਵੀ ਕੋਈ ਫਾਇਦਾ ਨਹੀਂ। ਇੱਕ ਜਿਹੜੀ ਆ ਪੈਲਸਾਂ ਦੇ ਵਿੱਚ ਤੁਸੀਂ ਕੰਮ ਕਰਦੇ ਉਹਦੇ ਵਿੱਚ ਕਿੰਨੀ ਕੁ ਸਚਾਈ ਹੈ? ਚਲੋ ਉਹਦੇ 'ਚ ਕੰਮ ਕਰਨਾ ਕੋਈ ਗੁਨਾਹ ਨਹੀਂ ਹੈ। ਕੰਮ ਭਾਵੇਂ ਛੋਟਾ ਹੋਵੇ ਵੱਡਾ ਹੋਵੇ, ਕੰਮ ਤਾਂ ਕੰਮ ਹੀ ਹੈ, ਕਿਉਂਕਿ ਰੱਬ ਨੇ ਢਿੱਡ ਲਾਇਆ ਵਾ, ਸਾਨੂੰ ਮਿਹਨਤ ਕਰਨੀ ਚਾਹੀਦੀ ਹੈ, ਮਿਹਨਤ ਦਾ ਖਾਣਾ ਚਾਹੀਦਾ ਵਾ। ਪਰ ਹਾਂ, ਜਿੱਥੇ ਆਪਾਂ ਇਹ ਕਹਿ ਦਿੰਦੇ ਹਾਂ ਕਿ ਪੜ੍ਹ ਲੈ ਕੇ ਕੁਝ ਬਣ ਜਾਵਾਂਗੇ ਜਾਂ ਪੜ੍ਹ ਲੈ ਕੇ ਆਪਾਂ ਆਪਣੇ ਮਾਂ-ਬਾਪ ਦਾ ਜਿਹੜਾ ਵਾ ਨਾਂ ਰੋਸ਼ਨ ਕਰ ਸਕਦੇ ਹਾਂ, ਪਰ ਇਹ ਜਿਹੜੀ ਕਿਤੇ ਨਾ ਕਿਤੇ ਜਿਹੜੀ ਉਹ ਸ਼ਰਮ ਮਹਿਸੂਸ ਕਦੀ ਮਨ ਦੇ ਵਿੱਚ ਮਹਿਸੂਸ ਨਹੀਂ ਹੁੰਦਾ ਕਿ ਇੰਨੀਆਂ ਡਿਗਰੀਆਂ ਪੜ੍ਹ ਕੇ ਜਾਂ ਇੰਨੀ ਉੱਚੀ ਜਿਹੜੀ ਆ ਦਰਜੇ ਦੀ ਪੜ੍ਹਾਈ ਕਰਕੇ ਇੰਨਾ ਖਰਚ ਕਰਕੇ ਪੜ੍ਹਾਈ ਕੀਤੀ ਤੇ ਅੱਜ ਜਿਹੜੇ ਛੋਟੇ ਕੰਮ ਕਰਕੇ ਕਦੀ ਮਹਿਸੂਸ ਨਹੀਂ ਹੁੰਦਾ? ਮਹਿਸੂਸ ਤਾਂ ਹੁੰਦਾ ਹੈ ਜੀ, ਕੀ ਕਰੀਏ, ਕਿਉਂਕਿ ਫਿਰ ਉਹੀ ਪਹਿਲਾਂ ਗੱਲ ਕਰ ਚੁੱਕੇ ਆ ਕਿ ਘਰ ਤਾਂ ਵੇਖਣਾ ਹੀ, ਹੁਣ ਘਰ ਪਿੱਛੇ ਵੇਖਣਾ ਪੈਂਦਾ ਵੀ ਘਰ ਕਿੱਦਾਂ ਚਲਾਇਆ ਜਾਵੇ। ਹੁਣ ਡਿਗਰੀਆਂ ਲੈ ਕੇ ਹੱਥ 'ਚ ਆਪਾਂ ਦਰ ਬਦਰ ਥੋੜ੍ਹਾ ਜਾ ਸਕਦੇ ਹਾਂ। ਘਰ ਵੇਖਣਾ ਤੇ ਆਪਾਂ ਘਰ ਦਾ ਵੀ ਪਰਿਵਾਰ ਦਾ ਵੀ ਵੇਖਣਾ ਵੀ ਪਰਿਵਾਰ ਪਿੱਛੇ ਕੀ ਕਰ ਰਿਹਾ, ਜਾਂ ਉਹਨਾਂ ਨੇ ਵੀ ਆਪਣਾ ਜਿਹੜਾ ਵਾ ਮਿਹਨਤ ਮਜ਼ਦੂਰੀ ਚਲੋ ਕਰਦੇ ਆ, ਪਰ ਫਿਰ ਵੀ ਜਿੰਨਾ ਕੁ ਆਪਾਂ ਨੂੰ ਮਿਹਨਤ ਕਰਕੇ ਜਿਹੜਾ ਘਰ ਦਾ ਗੁਜ਼ਾਰਾ ਕਰਨਾ ਉਹ ਫਿਰ ਵੇਖਣਾ ਪੈਂਦਾ ਜੀ ਸਾਰਾ ਕੁਝ। ਤੇ ਪਰਿਵਾਰ ਦੇ ਵਿੱਚ ਕੌਣ ਰਹਿੰਦਾ ਇਸ ਟਾਈਮ?
ਪਰਿਵਾਰ ਦੇ ਵਿੱਚ ਮੇਰੇ ਵੱਡੇ ਵੀਰ ਜੀ ਆ, ਛੋਟੇ ਬ੍ਰਦਰ ਵੱਡਾ ਵੀਰ ਵਿਆਹ, ਤੇ ਫਾਦਰ ਸਾਹਿਬ ਦੀ ਮੇਰੇ ਡੈਥ ਹੋ ਗਈ 2012 ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਇਹ ਘਰ ਦਾ ਗੁਜ਼ਾਰਾ ਚਲੋ ਮੁਸ਼ਕਲ ਸੀ, ਪਰ ਫਿਰ ਵੀ ਇਹੀ ਸੋਚੀਦਾ ਵੀ ਮਿਹਨਤ ਕਰਕੇ ਜਿਹੜਾ ਵਾ ਉਹ ਅੱਗੇ ਵਧਣਾ ਚਾਹੀਦਾ ਜੀ। ਇੰਨੀ ਤੁਸੀਂ ਖਰਚਾ ਲਾ ਕੇ ਪੜ੍ਹੇ, ਬਹੁਤ ਜ਼ਿਆਦਾ ਜਿਹੜਾ ਇਹਨਾਂ ਡਿਗਰੀਆਂ ਤੇ ਖਰਚਾ ਆਉਂਦਾ, ਤੇ ਫਿਰ ਉਹ ਕਿਸ ਤਰ੍ਹਾਂ ਜਿਹੜੇ ਤੁਸੀਂ ਇਹ ਸਾਰਾ ਕੁਝ ਕੀਤਾ? ਹਾਂਜੀ, ਇਹ ਤਾਂ ਗੱਲ ਹੈਗੀ ਹੈ ਜੀ। ਮਿਹਨਤ ਤੇ ਸ਼ੁਰੂ ਤੋਂ ਹੀ ਕਰਦੇ ਰਹੇ ਹਾਂ, ਕਿਉਂਕਿ ਬਾਪੂ ਨੇ ਸਿਖਾਇਆ ਵੀ ਮਿਹਨਤ ਕਰਨੀ ਚਾਹੀਦੀ ਹੈ। ਤੇ ਪੜ੍ਹਾਈ ਦਾ ਖਰਚਾ ਇਦਾਂ ਹੀ ਜੀ, ਕਦੀ ਰਿਕਸ਼ਾ ਵਾਹ ਲੈਣਾ, ਸਕੂਲੋਂ ਆਣ ਕੇ ਬਸਤਾ ਰੱਖਣਾ, ਰਿਕਸ਼ਾ ਚਲਾਉਣਾ, ਉਸ ਤੋਂ ਬਾਅਦ ਕਿਸੇ ਦਿਹਾੜੀ ਤੇ ਵੀ ਚਲ ਜਾਣਾ, ਪੈਲਸਾਂ 'ਚ ਕੰਮ ਕਰਨਾ, ਝੋਨਾ ਵਗੈਰਾ ਲਾਉਣਾ। ਇਹ ਸਾਰੇ ਕੰਮ ਜਿਹੜੇ ਆ ਤੁਹਾਨੂੰ ਪਤਾ ਸ਼ੁਰੂ ਤੋਂ ਕਰਨੇ ਹੀ ਚਾਹੀਦੇ ਆ। ਤੇ ਕੁਝ ਜਦੋਂ ਏਮ ਆਪਾਂ ਮਿੱਥ ਲੈਂਦੇ ਆ ਵੀ ਪੜ੍ਹਨਾ ਚਾਹੀਦਾ ਵਾ, ਤੇ ਪੜ੍ਹਾਈ ਦੇ ਨਾਲ ਨਾਲ ਇੱਕ ਸ਼ੌਂਕ ਸੀ ਕਿ ਪੜ੍ਹਨਾ ਹੈ, ਤੇ ਇਹ ਕੰਮ 'ਚ ਕਦੀ ਸ਼ਰਮ ਮਹਿਸੂਸ ਹੀ ਨਹੀਂ ਹੋਈ। ਤੇ ਕਾਲਜ ਦੇ ਵਿੱਚ ਵੀ ਤੁਸੀਂ ਟੌਪਰ ਰਹੇ, ਉਹਦੇ ਬਾਰੇ ਕੀ ਕਹਿਣਾ? ਹਾਂਜੀ, ਕਾਲਜ ਦੇ ਵਿੱਚ ਮੈਂ 2016 ਤੋਂ ਬਾਅਦ 2016 ਦੇ ਵਿੱਚ ਮੈਂ BA ਕੀਤੀ ਸੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੈਂਟਰ ਚਬਾਲ ਤੋਂ ਹੀ, ਬ੍ਰਾਂਚ ਉਹਦੀ। ਉਸ ਤੋਂ ਬਾਅਦ 2017 ਦੇ ਵਿੱਚ ਮੈਂ MA ਪੰਜਾਬੀ ਖਾਲਸਾ ਕਾਲਜ ਵਿੱਚ ਐਡਮਿਸ਼ਨ ਲਈ, ਤੇ 17-18 ਦੇ ਦੌਰਾਨ ਜਿਹੜੀ ਹੈ ਮੈਂ ਗੋਲਡ ਮੈਡਲਿਸਟ MA ਪੰਜਾਬੀ ਜਿਹੜਾ ਉੱਥੇ ਦੇ ਵਿਦਿਆਰਥੀ ਰਿਹਾ। ਉਸ ਟਾਈਮ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ? ਉਸ ਟਾਈਮ ਬਹੁਤ ਵਧੀਆ ਮਹਿਸੂਸ ਹੁੰਦਾ ਹੈ, ਕਿਉਂਕਿ ਲੱਗਦਾ ਸੀ ਵੀ ਚਲੋ ਪੜ੍ਹਿਆ ਲਿਖਿਆ ਬੰਦਾ ਜਿਹੜਾ ਵਾ ਚਲੋ ਇੱਕ ਫਖਰ ਮਹਿਸੂਸ ਕਰਦਾ ਵੀ ਹਾਂ ਪੜ੍ਹ ਲਿਖ ਕੇ ਆਪਾਂ ਕੁਝ ਵਧੀਆ ਵਧੀਆ ਬੰਦੇ ਬਣ ਸਕਦੇ ਹਾਂ ਜਾਂ ਵਧੀਆ ਇਨਸਾਨ ਬਣ ਸਕਦੇ ਹਾਂ। ਪਰ ਫਿਰ ਵੀ ਕਿਤੇ ਨਾ ਕਿਤੇ ਇਹ ਹੁੰਦਾ ਹੈ ਵੀ ਚਲੋ ਕਿਤੇ ਨਾ ਕਿਤੇ ਪੜ੍ਹਾਈ ਦਾ ਜਿਹੜਾ ਮੁੱਲ ਪਾਉਂਦਾ। ਪਰਿਵਾਰ ਦੀਆਂ ਜਿਹੜੀਆਂ ਆਸਾਂ ਤੁਹਾਡੇ ਤੇ ਕਿੰਨੀਆਂ ਕੁ ਆਸਾਂ ਸੀ, ਕਿਉਂਕਿ ਬਹੁਤ ਖਰਚਾ ਲਾ ਕੇ ਉਹਨਾਂ ਤੁਹਾਨੂੰ ਪੜ੍ਹਾਇਆ, ਮਿਹਨਤ ਕਰਕੇ ਪੜ੍ਹਾਇਆ, ਤੇ ਕਦੀ ਉਹਨਾਂ ਪੁੱਛਿਆ ਨਹੀਂ ਵੀ ਕਾਕਾ ਤੈਨੂੰ ਨੌਕਰੀ ਨਹੀਂ ਮਿਲਦੀ, ਤੇ ਕਿਸ ਤਰ੍ਹਾਂ ਦਾ ਜਿਹੜਾ ਉਹ ਫਿਰ ਮਹਿਸੂਸ ਹੁੰਦਾ? ਹਾਂਜੀ, ਉਹ ਤੇ ਚਲੋ ਗੱਲ ਹੈ, ਕਿਉਂਕਿ ਘਰ ਦੇ ਤੇ ਕਹਿ ਦਿੰਦੇ ਕਿ ਚਲੋ ਪੜ੍ਹ ਰਿਹਾ ਵਾ ਅਜੇ, ਤੇ ਕਿਸੇ ਨਾ ਕਿਸੇ ਦਿਨ ਜਿਹੜੀ ਮਿਹਨਤ ਜਿਹੜੀ ਉਹ ਰੰਗ ਲਿਆਊਗੀ। ਪਰ ਹੁਣ ਜਦੋਂ ਮੈਂ ਘਰਦਿਆਂ ਨੂੰ ਕਿਹਾ ਕਿ ਮੈਂ B.Ed ਕਰਨਾ ਚਾਹੁੰਦਾ, ਤੇ ਘਰ ਤੋਂ ਖਰਚਾ ਤੇ ਨਿਕਲਦਾ ਨਹੀਂ, ਪਰ ਫਿਰ ਵੀ ਮੈਂ ਕਿਹਾ ਚਲੋ ਥੋੜੇ ਬਹੁਤੇ ਜੋੜ ਕੇ ਵੇਖ ਲੈਂਦੇ ਆ। ਪਰ ਜਿੰਨੀ ਕੁ ਫੀਸ ਹੈ ਉਹਦੇ ਅਕੋਰਡਿੰਗ ਜਿਹੜੀ ਆ ਉਹ ਮੇਰੇ ਤੋਂ ਜਿਹੜਾ ਵਾ ਉਹ ਕਰ ਨਹੀਂ ਹੋਇਆ। ਮੈਂ B.Ed ਕਰਨਾ ਚਾਹੁੰਦਾ ਸੀ ਨਾਲ ਦੀ ਨਾਲ, ਪਰ B.Ed ਦਾ ਜਿਹੜਾ ਖਰਚਾ ਨਹੀਂ ਨਿਕਲ ਸਕਦਾ। ਜੇ ਕੋਈ ਦਾਨੀ ਸੱਜਣ ਜਾਂ ਕੋਈ ਇਹੋ ਜਿਹਾ ਸੱਜਣ ਮਿਲ ਜੇ ਜੋ ਤੁਹਾਨੂੰ ਅੱਗੇ ਪੜ੍ਹਾ ਸਕੇ, ਤੇ ਤੁਸੀਂ ਇਸ ਗੱਲ ਤੋਂ ਸੰਤੁਸ਼ਟ ਹੋਵੋਗੇ? ਹਾਂਜੀ, ਇਸ ਗੱਲ ਤੋਂ ਸੰਤੁਸ਼ਟ ਜ਼ਰੂਰ ਹੋਵਾਂਗੇ, ਕਿਉਂਕਿ ਪੜ੍ਹਾਈ ਕਰਨੀ ਚਾਹੀਦੀ ਹੈ, ਤੇ ਏਮ ਵੀ ਹੈ ਚਲੋ B.Ed ਹੋ ਜਾਵੇ, ਤੇ ਚਲੋ ਕੱਲ ਨੂੰ ਕਿਸੇ ਸਕੂਲ 'ਚ ਜਿਹੜਾ ਮਾਸਟਰ ਵਗੈਰਾ ਲੱਗ ਸਕਦਾ। ਕਿਉਂਕਿ ਜਿਹੜੀ ਆ ਕਿਸੇ ਨੂੰ ਆਪਾਂ ਸਿੱਖਿਆ ਦੇਣੀ ਆ, ਸਭ ਤੋਂ ਵੱਡਾ ਜਿਹੜਾ ਉਹ ਪੁੰਨ ਗਿਣਿਆ ਜਾਂਦਾ, ਕਿਉਂਕਿ ਸਿੱਖਿਆ ਜਿਹੜੀ ਆ ਉਹ ਬਹੁਤ ਵੱਡਾ ਪੁੰਨ ਆ। ਤੇ ਜੇ ਕਿਸੇ ਦਾਨੀ ਸੱਜਣ ਨੇ ਤੁਹਾਡੇ ਨਾਲ ਮੋਬਾਈਲ ਨੰਬਰ ਤੇ ਸੰਪਰਕ ਕਰਨਾ ਹੋਵੇ ਤੇ? ਹਾਂਜੀ, ਉਹ ਗੱਲ ਤਾਂ ਠੀਕ ਹੈ ਜੀ। ਬੇਸ਼ੱਕ ਜਿਹੜੀ ਆ ਬੇਝਿਜਕ ਜਿਹੜੀ ਆ ਕਿਸੇ ਦਾਨੀ ਸੱਜਣ ਨੇ ਮਿਹਨਤ ਆਪਣੀ ਜਿਹੜੀ ਆ ਹੈਲਪ ਕਰਨੀ ਹੈ ਜਾਂ ਮਦਦ ਕਰਨੀ ਹੈ ਉਹ ਕਰ ਸਕਦਾ ਹੈ, ਕਿਉਂਕਿ ਇਹਨਾਂ ਤੇ ਹੈ ਵੀ ਆਪਣੀ ਮਿਹਨਤ ਨਾਲ ਵੀ ਮੈਂ ਥੋੜੀ ਬਹੁਤੀ ਚਲੋ ਕਰੀ ਜਾਵਾਂਗਾ, ਤੇ ਕਿਸੇ ਦਾਨੀ ਸੱਜਣ ਨੇ ਵੀ ਜਿਹੜੀ ਆ ਉਹ ਸਾਡੀ ਮਦਦ ਕਰਨੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ 8284026947 ਜਿਹੜਾ WhatsApp ਨੰਬਰ ਚੱਲਦਾ। ਕਿੰਨਾ ਟਾਈਮ ਹੋ ਗਿਆ ਜਿਹੜਾ ਤੁਹਾਨੂੰ ਹੁਣ ਜਿਹੜੀ ਪੜ੍ਹਾਈ ਛੱਡੀ? ਪੜ੍ਹਾਈ ਛੱਡੀ ਨੂੰ ਤਕਰੀਬਨ ਲਾਕਡਾਊਨ ਤੋਂ ਬਾਅਦ 2019-20 ਦੇ ਵਿੱਚ ਮੈਂ MPhil ਪੰਜਾਬੀ ਜਿਹੜੀ ਕੰਪਲੀਟ ਕਰ ਚੁੱਕਾ ਹਾਂ, ਤੇ ਫਰੈਸ਼ਰ ਹੀ ਹਾਂ ਫਿਲਹਾਲ ਅਜੇ। ਤਾਂ ਜੀ ਦਾ ਮਨ ਕਰਦਾ ਕਿ ਅੱਗੇ ਹੋਰ ਪੜ੍ਹਾਂ, ਪਰ ਇਹ ਵੀ ਕਹਿ ਦਿੰਦਾ ਕਿ ਪੜ੍ਹ ਲਿਖ ਕੇ ਤੇ ਨੌਕਰੀ ਜਿਹੜੀ ਆ ਉਹ ਛੇਤੀ ਕਿਤੇ ਮਿਲਦੀ ਨਹੀਂ ਹੈ, ਤੇ ਪੜ੍ਹ ਕੇ ਵੀ ਕੀ ਕਰਾਂ। ਸੋ ਸਾਡੇ ਨਾਲ ਇਹ ਵੀਰ ਮੌਜੂਦ ਸੀ ਜਿਸ ਨੇ ਆਪਣੀ ਜਿਹੜੀ ਹੈ ਸਾਰੀ ਦਾਸਤਾਨ ਦੱਸੀ ਸਾਨੂੰ, ਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਮੈਨੂੰ ਜਾਂ ਤਾਂ ਸਰਕਾਰ ਨੌਕਰੀ ਦੇ ਦੇ, ਤੇ ਜਾਂ ਇਸ ਦੀ ਜਿਹੜੀ ਹੈ ਇੱਛਾ ਅੱਗੇ ਵਧਣ ਦੀ ਉਹ ਵੀ ਇਹਨੇ ਜ਼ਾਹਿਰ ਕੀਤੀ ਹੈ। ਪਰ ਸਭ ਤੋਂ ਵੱਡੀ ਮੁਸ਼ਕਲ ਇਹ ਆ ਵੀ ਪਰਿਵਾਰ ਦਾ ਜਿਹੜਾ ਗੁਜ਼ਾਰਾ ਮੁਸ਼ਕਲ ਆ, ਪੜ੍ਹਾਈ ਦੇ ਖਰਚ ਕਰਨ ਜੋਗੇ ਇੰਨੇ ਪੈਸੇ ਨਹੀਂ ਹੈਗੇ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਸ ਵੀਰ ਦਾ ਘਰ ਵੀ ਦਿਖਾਇਆ ਜਾਵੇ। ਸੋ ਸਾਡੇ ਨਾਲ ਮਾਤਾ ਜੀ ਵੀ ਮੌਜੂਦ ਹੈ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਾਤਾ ਜੀ। ਮਾਤਾ ਜੀ, ਬੇਟੇ ਨੇ ਜਿਹੜੀਆਂ ਬਹੁਤ ਡਿਗਰੀਆਂ ਕੀਤੀਆਂ ਤੇ ਨੌਕਰੀ ਨਹੀਂ ਮਿਲੀ, ਤੇ ਕਿਸ ਤਰ੍ਹਾਂ ਫਿਰ ਮਹਿਸੂਸ ਹੁੰਦਾ? ਬਹੁਤ ਜ਼ਿਆਦਾ ਹੁੰਦਾ ਹੈ। ਤੇ ਤੁਹਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਵੀ ਮੇਰਾ ਜਿਹੜਾ ਪੁੱਤਰ ਆ ਇੰਨੀ ਪੜ੍ਹਾਈ ਕਰ ਚੁੱਕਿਆ, ਕਾਲਜ ਦੇ ਵਿੱਚੋਂ ਟੌਪਰ ਰਿਹਾ, ਤੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਮਨ ਦੇ ਵਿੱਚ? ਮਨ ਦੇ ਵਿੱਚ ਬਹੁਤਾ ਮਹਿਸੂਸ ਹੁੰਦਾ ਵੀ ਚੱਲ ਨੌਕਰੀ ਮਿਲ ਜੇ ਕਿਸੇ ਨੂੰ।
ਸੋ ਮਾਤਾ ਜੀ ਨਾਲ ਵੀ ਅਸੀਂ ਗੱਲਬਾਤ ਕੀਤੀ, ਉਹਨਾਂ ਵੀ ਜਿਹੜੀ ਆ ਇਹ ਇੱਛਾ ਆਪਣੇ ਪੁੱਤਰ ਤੋਂ ਰੱਖੀ ਆ ਕਿ ਉਸ ਨੂੰ ਜਿਹੜੀ ਆ ਨੌਕਰੀ ਮਿਲ ਜੇ ਤੇ ਇੱਕ ਜਿਹੜੀ ਆ ਜ਼ਿੰਦਗੀ ਜੰਨਤ ਬਣ ਜੇ। ਤੇ ਤੁਸੀਂ ਵੇਖ ਸਕਦੇ ਹੋ ਪਰਿਵਾਰ ਦਾ ਜਿਹੜਾ ਕਿਸ ਤਰ੍ਹਾਂ ਦੇ ਜਿਹੜੇ ਆ ਹਾਲਾਤ ਆ ਤੇ ਕਿਸ ਤਰ੍ਹਾਂ ਜਿਹੜੀ ਇਹਨਾਂ ਨੇ ਪੜ੍ਹਾਈ ਕੀਤੀ ਹੋਵੇਗੀ, ਇਹ ਵੀ ਤੁਸੀਂ ਵੇਖ ਸਕਦੇ ਹੋ। ਸੋ ਅਸੀਂ ਉਮੀਦ ਕਰਦੇ ਹਾਂ ਕਿ ਇਸ ਵੀਰ ਦੀ ਸਰਕਾਰ ਨੂੰ ਤੇ ਮਦਦ ਕਰਨੀ ਬਣਦੀ ਹੈ। ਪੀਟੀਏ ਨਿਊਜ਼ ਦੇ ਲਈ ਤਰਨਤਾਰਨ ਤੋਂ ਜਗਜੀਤ ਸਿੰਘ ਡੱਲ ਦੀ ਰਿਪੋਰਟ।